ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਸਮਰਥੀ ਨਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਆਤਮਿਕ ਯੁੱਧ ਦੇ ਵਿਸ਼ੇ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਵਚਨ ਦੀ ਇਹ ਸਿੱਖਿਆ ਅਸੀਂ ਪਰਮੇਸ਼ਰ ਦੇ ਸੇਵਕ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਲੈ ਰਹੇ ਹਾਂ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੀ ਸੇਵਾ ਦੇਣ ਦਾ ਬਹੁਤ ਵੱਡਾ ਅਨੁਭਵ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵਿਸ਼ਵਾਸ ਦੀ ਢਾਲ ਬਾਰੇ ਸਿੱਖ ਰਹੇ ਸੀ। ਆਪਣੇ ਅਧਿਐਨ ਦੇ ਦੌਰਾਨ ਅਸੀਂ ਵੇਖਿਆ ਕਿ ਵਿਸ਼ਵਾਸ ਦੀ ਢਾਲ ਸਾਡੇ ਲਈ ਇੱਕ ਬਹੁਤ ਜ਼ਰੂਰੀ ਬਸਤਰ ਹੈ। ਇਸ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਇਸ ਦੇ ਦੁਆਰਾ ਅਸੀਂ ਸ਼ੈਤਾਨ ਦੇ ਅਗਨ ਬਾਣਾਂ ਨੂੰ ਬੁਝਾ ਸਕਦੇ ਹਾਂ। ਅਸੀਂ ਨੇਚਾ ਦੀ ਅੰਤਰ ਸ਼ਕਤੀ ਦੇ ਬਾਰੇ ਚਰਚਾ ਕੀਤੀ ਸੀ। ਨੇਚਾ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕਰਦੇ ਹਾਂ। ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਅੱਗੇ ਵੀ ਜਾਰੀ ਰੱਖਾਂਗੇ। ਅੱਜ ਅਸੀਂ ਨੇਚਾ ਦੀ ਢਾਲ ਦੇ ਬਾਰੇ ਹੋਰ ਜ਼ਿਆਦਾ ਜਾਣਨ ਦੇ ਲਈ ਬਾਈਬਲ ਦੇ ਵਿੱਚੋਂ ਕੁਝ ਉਦਾਹਰਣ ਵੇਖਾਂਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡਾ ਅੱਜ ਦਾ ਅਧਿਐਨ ਪ੍ਰੋਗਰਾਮ ਤੁਹਾਡੇ ਸਭਨਾਂ ਦੇ ਲਈ ਬਹੁਤ ਲਾਭਕਾਰੀ ਹੋਣ ਵਾਲਾ ਹੈ। ਤਾਂ ਫਿਰ ਦੋਸਤੋ, ਦੇਰ ਕਿਸ ਗੱਲ ਦੀ, ਆਓ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਸਿੱਖਦੇ ਹਾਂ ਡਾਕਟਰ ਡੇਵਿਡ ਯਰਮਾਇਆ ਤੋਂ ਨੀਚਾ ਦੀ ਢਾਲ ਬਾਰੇ। ਜਦੋਂ ਆਪ ਪਰਮੇਸ਼ਰ ਦੇ ਵਚਨ ਪੜ੍ਹਦੇ ਹੋ, ਇੱਕ ਗੱਲ ਜੋ ਆਪ ਖੋਜਦੇ ਹੋ ਉਹ ਹੈ ਜੋ ਕਿ ਬਹੁਤ ਹੀ ਰੋਚਕ। ਉਹ ਇਹ ਹੈ ਕਿ ਜੇਕਰ ਆਪ ਕਿਸੇ ਵਿਸ਼ੇ ਦਾ ਆਰੰਭ ਕਰੋ ਅਤੇ ਆਪ ਪਰਮੇਸ਼ਰ ਦੇ ਵਚਨ ਵਿੱਚੋਂ ਉਸ ਦੀ ਸਚਾਈ ਨੂੰ ਖੋਜਣ ਦੀ ਕੋਸ਼ਿਸ਼ ਕਰੋ, ਆਪ ਖੋਜਦੇ ਹੋ ਕਿ ਪਿੱਛੇ ਜਾਣਾ ਅਤੇ ਭਾਲਣਾ, ਜਿੱਥੇ ਕਿ ਸਚਾਈ ਬਾਈਬਲ ਵਿੱਚ ਪਹਿਲਾਂ ਪਾਈ ਗਈ ਹੈ, ਆਪ ਉਸ ਦੇ ਵਿੱਚ ਸਾਰਾ ਨਜ਼ਰੀਆ ਉਸ ਤੋਂ ਪ੍ਰਾਪਤ ਕਰ ਸਕਦੇ ਹੋ। ਅਤੇ ਕਦੇ-ਕਦੇ ਕੁਝ ਮਹਾਨ ਦ੍ਰਿਸ਼ਟਾਂਤ ਵੀ ਢਾਲ ਸ਼ਬਦ ਦਾ ਇਸਤੇਮਾਲ ਪੁਰਾਣੇ ਨੇਮ ਵਿੱਚ ਆਰੰਭ ਵਿੱਚ ਇਸ ਦੇ ਆਰੰਭਿਕ ਇਸਤੇਮਾਲਾਂ ਦੇ ਵਿੱਚ ਉਤਪਤ ਦੀ ਪੁਸਤਕ 15 ਅਧਿਆਇ ਵਿੱਚ ਪਾਇਆ ਜਾਂਦਾ ਹੈ। ਕਿ ਆਪ ਇਸ ਅਧਿਆਇ ਵੱਲ ਆਪਣੀ ਬਾਈਬਲ ਨੂੰ ਖੋਲੋਗੇ। ਉਤਪਤੀ 15 ਅਧਿਆਇ ਪਹਿਲੀ ਆਇਤ ਵਿੱਚ ਅਸੀਂ ਢਾਲ ਸ਼ਬਦ ਨੂੰ ਪਾਉਂਦੇ ਹਾਂ, ਜਿੱਥੇ ਕਿ ਪਰਮੇਸ਼ਰ ਨੂੰ ਢਾਲ ਵਜੋਂ ਜਾਂ ਪ੍ਰਭੂ ਨੂੰ ਢਾਲ ਵਜੋਂ ਉਸ ਦੀ ਪਛਾਣ ਬਣਾਈ ਗਈ ਹੈ। ਅਸੀਂ ਉਤਪਤ ਦੀ ਪੁਸਤਕ ਉਸ ਦਾ 15 ਅਧਿਆਇ ਉਸ ਦੀ ਪਹਿਲੀ ਆਇਤ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ। ਇਹਨਾਂ ਗੱਲਾਂ ਤੇ ਮਗਰੋਂ ਯਹੋਵਾ ਦਾ ਵਚਨ ਅਬਰਾਹਾਮ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਹਾਮ, ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅਤ ਵੱਡਾ ਅਜ਼ਰ ਹਾਂ। ਜੇਕਰ ਆਪ ਬਾਈਬਲ ਨੂੰ ਦਰੁਸਤ ਪੜ੍ਹਦੇ ਹੋ ਅਤੇ ਆਪ ਇਹੋ ਜਿਹੇ ਕਿਸੇ ਵਚਨ ਕੋਲ ਆਉਂਦੇ ਹੋ ਜਿੱਥੇ ਆਖਿਆ ਗਿਆ ਹੈ ਇਹਨਾਂ ਗੱਲਾਂ ਦੇ ਮਗਰੋਂ, ਅਤੇ ਫਿਰ ਇਹ ਆਪ ਨੂੰ ਕੁਝ ਸਚਾਈ ਦੱਸਦਾ ਹੈ, ਆਪ ਇਸ ਨੂੰ ਅੱਗੇ ਵੱਲ ਨਹੀਂ ਪੜ੍ਹਦੇ, ਆਪ ਇਸ ਨੂੰ ਪਿੱਛੇ ਵੱਲ ਪੜ੍ਹਦੇ ਹੋ। ਜੇਕਰ ਇਹ ਆਖਿਆ ਜਾ ਰਿਹਾ ਹੈ ਤਦ ਇਸ ਦਾ ਸੰਬੰਧ ਕੁਝ ਉਹਨਾਂ ਗੱਲਾਂ ਨਾਲ ਹੈ ਜੋ ਇਸ ਤੋਂ ਪਹਿਲਾਂ ਵਰਪੀਆਂ ਸਨ। ਉਸ ਸਚਾਈ ਨੂੰ ਪਾਉਣ ਲਈ ਜੋ ਕਿ ਹੁਣ ਆਖੀ ਜਾ ਰਹੀ ਹੈ, ਆਪ ਨੂੰ ਪਿੱਛੇ ਜਾਣਾ ਪੈਣਾ ਹੈ ਅਤੇ ਇਹ ਪੜ੍ਹਨਾ ਪੈਣਾ ਹੈ ਕਿ ਪਹਿਲਾਂ ਕੀ ਵਰਪਿਆ ਸੀ। ਇਸ ਤਰ੍ਹਾਂ ਤੁਹਾਡਾ ਸਵਾਲ ਇਹੋ ਹੀ ਹੋਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦੇ ਮਗਰੋਂ? ਜੀ ਹਾਂ, ਜੇਕਰ ਆਪ ਬਾਈਬਲ ਦੇ ਬਾਰੇ ਜਾਣਦੇ ਹੋ, ਆਪ ਜਾਣਦੇ ਹੋ ਕਿ 15ਵੇਂ ਅਧਿਆਏ ਵਿੱਚ ਉੱਥੇ ਇੱਕ ਰੋਚਕ ਕਹਾਣੀ ਹੈ। ਇਹ 4 ਰਾਜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਇਕੱਠਾ ਕੀਤਾ ਕਿਉਂਕਿ ਉਹ ਜਾਣ ਅਤੇ 5 ਰਾਜਿਆਂ ਦੇ ਵਿਰੁੱਧ ਲੜਨ, ਜਿਨ੍ਹਾਂ ਵਿੱਚ ਸੋਦੋਮ ਅਤੇ ਅਮੋਰਾ ਦੇ ਰਾਜਾ ਸ਼ਾਮਲ ਹਨ। ਸੋਦੋਮ ਉਹ ਥਾਂ ਸੀ ਜਿੱਥੇ ਲੂਤ ਰਹਿ ਰਿਹਾ ਸੀ। ਲੂਤ ਅਬਰਾਹਾਮ ਦਾ ਭਤੀਜਾ ਸੀ। ਲੂਤ ਅਤੇ ਉਸ ਦਾ ਪਰਿਵਾਰ ਸੋਦੋਮ ਵਿੱਚ ਰਹਿ ਰਹੇ ਸਨ। ਇੱਕ ਸਮੇਂ 4 ਰਾਜੇ ਇਕੱਠੇ ਹੋਏ ਅਤੇ ਉਹਨਾਂ ਨੇ ਸੋਦੋਮ ਅਤੇ ਅਮੋਰਾ ਦੇ ਵਿਰੁੱਧ ਆਪਣੇ ਆਪ ਨੂੰ ਇਕੱਠਿਆ ਕੀਤਾ। 5 ਰਾਜਿਆਂ ਦਾ ਏਕਾ ਅਤੇ ਉਹਨਾਂ ਨੇ ਉਹਨਾਂ ਨੂੰ ਹਰਾ ਦਿੱਤਾ। ਉਹਨਾਂ ਨੇ ਸਿਰਫ ਉਹਨਾਂ ਦੇ ਸਾਰੇ ਸੋਨੇ ਅਤੇ ਚਾਂਦੀ ਅਤੇ ਬਹੁਮੁੱਲੇ ਪੱਥਰਾਂ ਨੂੰ ਹੀ ਨਹੀਂ ਸੀ ਲਿਆ, ਅਤੇ ਉਹਨਾਂ ਨੇ ਤਾਂ ਲੂਤ ਅਤੇ ਉਸ ਦੇ ਪਰਿਵਾਰ ਨੂੰ ਵੀ ਲੈ ਲਿਆ ਸੀ। ਇਹ 4 ਰਾਜੇ ਹੁਣ ਲੂਤ ਨੂੰ, ਜੋ ਕਿ ਅਬਰਾਹਾਮ ਦਾ ਭਤੀਜਾ ਸੀ, ਉਹ ਲੈ ਗਏ। ਉਹਨਾਂ ਨੇ ਉਸ ਨੂੰ ਬੰਦੀ ਬਣਾਇਆ ਅਤੇ ਉਸ ਦੇ ਨਾਲ ਚਲੇ ਗਏ ਅਤੇ ਉਹਨਾਂ ਬਹੁਮੁੱਲੀਆਂ ਚੀਜ਼ਾਂ ਨਾਲ ਜੋ ਸਭ ਇਸ ਸ਼ਹਿਰ ਦੇ ਵਿੱਚ ਪਾਈਆਂ ਜਾਂਦੀਆਂ ਸਨ। ਅਬਰਾਹਾਮ ਨੂੰ ਉਸ ਦੇ ਬਾਰੇ ਦੱਸਿਆ ਗਿਆ। ਕੋਈ ਮਨੁੱਖ ਜੋ ਉਸ ਸ਼ਹਿਰ ਵਿੱਚੋਂ ਬਚ ਨਿਕਲਿਆ ਸੀ, ਉਹ ਆਇਆ ਅਤੇ ਉਸ ਨੇ ਅਬਰਾਹਾਮ ਨੂੰ ਆਖਿਆ, ਅਬਰਾਹਾਮ, ਅਸੀਂ ਸੋਚਿਆ ਕਿ ਆਪ ਨੂੰ ਇਸ ਨੂੰ ਜਾਣਨ ਦੀ ਖੁਆਇਸ਼ ਰੱਖੋਗੇ। ਤੇਰਾ ਭਤੀਜਾ ਅਤੇ ਉਸ ਦਾ ਪਰਿਵਾਰ ਉਹਨਾਂ ਨੂੰ ਬੰਦੀ ਬਣਾ ਕੇ 4 ਰਾਜਿਆਂ ਦੀ ਫੌਜ ਦਾ ਇਕੱਠ ਲਿਜਾ ਚੁੱਕਾ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ, ਪਰ ਉਹ ਤਾਂ ਜਾ ਚੁੱਕੇ ਹਨ। ਅਬਰਾਹਾਮ ਨੇ ਇੱਕ ਅਜੀਬ ਕੰਮ ਕੀਤਾ। ਜੇਕਰ ਆਪ ਉਸ ਕਹਾਣੀ ਨੂੰ ਪੜ੍ਹਦੇ ਹੋ, ਉਸ ਨੇ 380 ਆਪਣੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਪਣੇ ਨੌਕਰਾਂ ਨੂੰ ਆਪਣੇ ਘਰ ਦੇ ਵਿੱਚੋਂ, ਅਤੇ ਉਸ ਨੇ ਆਪਣੀ ਫੌਜ ਦੇ ਤਿਆਰ ਕੀਤੀ ਅਤੇ ਉਸ ਨੇ ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਸ ਕੋਲ ਉਹਨਾਂ ਨੂੰ ਸਿਖਲਾਈ ਦੇਣ ਦਾ
ਸਮਾਂ ਨਹੀਂ ਸੀ। ਉਸਨੇ ਬਸ ਇਹੀ ਆਖਿਆ ਸੀ, ਆਓ ਅਸੀਂ ਲੂਤ ਦੇ ਪਿੱਛੇ ਚੱਲੀਏ। ਮੈਂ ਤਾਂ ਬਸ ਕਦੇ ਵੀ ਅਬਰਾਹਾਮ ਦੀ ਇਸ ਜਿੱਦ ਨੂੰ ਕਿ ਉਹ ਆਪਣੇ ਭਤੀਜੇ ਲੂਤ ਦੀ ਫਿਰ ਦੇਖਭਾਲ ਕਰੇਗਾ। ਇਸ ਤੋਂ ਬਾਅਦ ਵੀ ਉਹ ਸਭ ਜੋ ਕੁਝ ਉਸ ਦੇ ਭਤੀਜੇ ਨੇ ਅਬਰਾਹਾਮ ਦੇ ਨਾਲ ਕੀਤਾ ਸੀ, ਉਸਨੇ ਇਹਨਾਂ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹ ਚਲੇ ਗਏ ਅਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਾ ਘੇਰਿਆ ਜਿਨ੍ਹਾਂ ਦੇ ਕੋਲ ਲੂਤ ਅਤੇ ਉਸਦਾ ਘਰਾਨਾ ਸੀ। ਬਾਈਬਲ ਬਾਣੀ ਆਖਦੀ ਹੈ ਕਿ ਅਬਰਾਹਾਮ ਨੇ ਉਹਨਾਂ ਨੂੰ ਹਰਾਇਆ ਅਤੇ ਉਸਨੇ ਲੂਤ ਅਤੇ ਉਸਦੇ ਘਰਾਣੇ ਨੂੰ ਵਾਪਸ ਲਿਆਂਦਾ ਅਤੇ ਉਸਨੇ ਸਾਰੇ ਸੋਨੇ ਅਤੇ ਲੁੱਟ ਨੂੰ ਜੋ ਕਿ ਉਸ ਸ਼ਹਿਰ ਵਿੱਚੋਂ ਉਹ ਰਾਜੇ ਲੈ ਗਏ ਸਨ ਉਸ ਨੂੰ ਵੀ ਵਾਪਸ ਲੈ ਆਂਦਾ। ਹੁਣ ਉਹ ਵਾਪਸ ਆ ਰਿਹਾ ਸੀ ਅਤੇ ਸਦੋਮ ਦੇ ਰਾਜਾ ਆਏ ਅਤੇ ਉਹਨਾਂ ਨੇ ਆਖਿਆ, ਸਾਨੂੰ ਆਪ ਨੂੰ ਉਸ ਲੁੱਟ ਵਿੱਚੋਂ ਕੁਝ ਦੇਣ ਦਿਓ ਜੋ ਆਪ ਨੇ ਵਾਪਸ ਲਿਆਂਦੀ ਹੈ। ਅਬਰਾਹਮ ਨੇ ਆਪਣੇ ਸਭ ਤੋਂ ਵੱਧ ਪ੍ਰਸਿੱਧ ਵਿਖਿਆਨ ਵਿੱਚ ਇਸ ਤਰ੍ਹਾਂ ਆਖਿਆ ਸੀ, ਮੈਂ ਧਾਗੇ ਤੋਂ ਲੈ ਕੇ ਜੁੱਤੀ ਦੀ ਸੂਲ ਤੱਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਵੀ ਨਹੀਂ ਲਵਾਂਗਾ। ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਹਮ ਨੂੰ ਧਨੀ ਬਣਾ ਦਿੱਤਾ ਹੈ। ਇਹੋ ਹੀ ਹੈ 14 ਅਧਿਆਏ ਦੇ ਵਿੱਚ ਵਰਪਿਆ। ਅਬਰਾਹਮ ਆਪਣੇ ਘਰ ਨੂੰ ਵਾਪਸ ਆਇਆ ਅਤੇ ਉਹ ਬਾਹਰ ਆ ਰਿਹਾ ਸੀ ਅਤੇ ਉਹ ਰਾਹ ਦੇ ਵਿੱਚ ਰੁਕਿਆ। ਉਹ ਅਜੇ ਘਰ ਨਹੀਂ ਪਹੁੰਚਿਆ, ਉਹ ਬਾਹਰ ਹੀ ਹੈ ਅਤੇ ਮੇਰੇ ਮਨ ਵਿੱਚ ਇੱਕ ਦਰਸ਼ਨ ਆ ਰਿਹਾ ਹੈ ਕਿ ਉਹ ਆਪਣੇ ਤੰਬੂ ਦੇ ਦਰਵਾਜ਼ੇ ਅੱਗੇ ਬੈਠ ਰਿਹਾ ਹੈ ਅਤੇ ਉਹ ਉਸ ਬਾਰੇ ਗੌਰ ਕਰ ਰਿਹਾ ਹੈ ਜੋ ਕੁਝ ਵਰਪਿਆ ਸੀ। ਅਤੇ ਪ੍ਰਭੂ ਦਾ ਵਚਨ ਅਬਰਾਹਾਮ ਦੇ ਕੋਲ ਆਇਆ ਅਤੇ ਉਸ ਨੇ ਆਖਿਆ, ਅਬਰਾਹਾਮ ਨਾ ਡਰ, ਤੇਰੀ ਢਾਲ ਅਤੇ ਤੇਰਾ ਵੱਡਾ ਅਜ਼ਰ ਮੈਂ ਹਾਂ। ਇਹ ਆਖਿਆ ਸੀ, ਆਓ ਅਸੀਂ ਲੂਤ ਦੇ ਪਿੱਛੇ ਚੱਲੀਏ। ਮੈਂ ਤਾਂ ਬਸ ਕਦੇ ਵੀ ਅਬਰਾਹਾਮ ਨੂੰ ਕਾਹਦਾ ਡਰ ਹੋ ਸਕਦਾ ਸੀ। ਉਸਨੇ ਤਾਂ ਇੱਕ ਫੌਜ ਨੂੰ ਮਾਰ ਮੁਕਾਇਆ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਵਿੱਚੋਂ 380 ਲੋਕਾਂ ਦਾ ਇੱਕ ਹਿੱਸਾ ਹੋਣ ਦਾ ਕੋਈ ਹੱਕ ਨਹੀਂ ਸੀ। ਮੈਂ ਆਪ ਨੂੰ ਦੱਸ ਦੇਵਾਂ, ਮੈਂ ਜਾਣਦਾ ਹਾਂ ਕਿ ਉਹ ਕਿਉਂ ਡਰ ਰਿਹਾ ਸੀ, ਕਿਉਂਕਿ ਮੈਂ ਉੱਥੇ ਖੋ ਚੁੱਕਾ ਹਾਂ। ਮੈਂ ਚੋਟੀ ਨੂੰ ਚੜ੍ਹ ਚੁੱਕਾ ਹਾਂ ਜਿਸ ਨੂੰ ਮੈਂ ਸੋਚਿਆ ਸੀ ਕਿ ਉਹ ਇੱਕ ਫਤਿਹ ਸੀ, ਕਿ ਉਸ ਤੰਬੂ ਦੇ ਬੂਹੇ ਦੇ ਕੋਲ ਬੈਠਣਾ ਅਤੇ ਮੇਰੇ ਵਿਰੁੱਧ ਸ਼ੈਤਾਨ ਉਸ ਦੀਆਂ ਸ਼ੱਕਾਂ ਨੂੰ ਲਿਆਉਣਾ ਆਰੰਭ ਕਰੇ। ਕੀ ਆਪ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ? ਅਬਰਾਹਾਮ ਉੱਥੇ ਬੈਠਾ ਹੈ। ਹੁਣ ਜਰਾ ਤੁਸੀਂ ਕਲਪਨਾ ਕਰੋ, ਸ਼ੈਤਾਨ ਆਉਂਦਾ ਹੈ ਅਤੇ ਆਖਦਾ ਹੈ, ਅਬਰਾਹਾਮ ਕੀ ਤੂੰ ਜਾਣਦਾ ਹੈ ਕਿ ਤੂੰ ਕੀ ਕੀਤਾ ਹੈ? ਤੂੰ 4 ਸਭ ਤੋਂ ਵੱਧ ਮਜ਼ਬੂਤ ਰਾਜਿਆਂ ਨੂੰ ਇਸ ਸਾਰੇ ਖੇਤਰ ਦੇ ਵਿੱਚ ਜੋ ਪਾਏ ਜਾਂਦੇ ਸਨ ਉਹਨਾਂ ਉੱਤੇ ਹਮਲਾ ਕੀਤਾ ਹੈ ਅਤੇ ਤੂੰ ਉਹਨਾਂ ਨੂੰ ਅਚਾਨਕ ਹੀ ਪਛੇੜਿਆ ਅਤੇ ਉਹਨਾਂ ਨੂੰ ਹਰਾ ਦਿੱਤਾ ਹੈ। ਉਹ ਨਹੀਂ ਸੀ ਜਾਣਦੇ ਕਿ ਕੀ ਹੋਣ ਵਾਲਾ ਹੈ। ਤੂੰ ਲੂਤ ਨੂੰ ਵਾਪਸ ਲਿਆਂਦਾ ਹੈ, ਪਰ ਜਿਉਂ ਹੀ ਉਹ ਦੁਬਾਰਾ ਫਿਰ ਇਕੱਠੇ ਹੋਣਗੇ ਤੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਜਾਵੇਂਗਾ। ਸ਼ਾਇਦ ਉਹ ਪਹਿਲਾਂ ਹੀ ਇਸ ਵਕਤ ਇਕੱਠੇ ਹੋ ਰਹੇ ਸਨ, ਸ਼ਾਇਦ ਉਹ ਤੇਰੇ ਪਿੱਛੇ ਪੈ ਚੁੱਕੇ ਹਨ। ਅਬਰਾਹਾਮ, ਤੂੰ ਇੱਕ ਵੱਡੀ ਮੁਸੀਬਤ ਵਿੱਚ ਹੈ। ਇਹ ਹੈ ਉਹ ਅਗਨਬਾਣ। ਪ੍ਰਭੂ ਨੇ ਆਖਿਆ ਸੀ, ਅਬਰਾਹਾਮ ਨਾ ਡਰ, ਤੇਰੀ ਢਾਲ ਮੈਂ ਹਾਂ। ਮੈਂ ਕੁਝ ਮਹਿਸੂਸ ਕਰ ਰਿਹਾ ਹਾਂ, ਇਸ ਨੂੰ ਮੈਂ ਸਿੱਧਤਾ ਨਹੀਂ ਕਰ ਸਕਦਾ, ਪਰ ਉਹ ਵਾਪਸ ਦੁਬਾਰਾ ਆਇਆ ਅਤੇ ਦੂਸਰੀ ਵਾਰ ਸ਼ੈਤਾਨ ਨੇ ਉਸੇ ਤਰ੍ਹਾਂ ਕੀਤਾ। ਉਸ ਨੇ ਆਖਿਆ, ਅਬਰਾਹਾਮ ਤੂੰ ਜਾਣਦਾ ਹੈ, ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੂੰ ਉਸ ਸਾਰੇ ਪੈਸੇ ਤੋਂ, ਧਨ ਸੰਪत्ति ਤੋਂ ਇਨਕਾਰ ਕਰ ਦਿੱਤਾ। ਕਿ ਤੂੰ ਜਾਣਿਆ ਇਹ ਤੇਰੇ ਲਈ ਕਿਹੋ ਜਿਹਾ ਮੌਕਾ ਸੀ ਅਤੇ ਤੇਰੇ ਇਸ ਦੇ ਉੱਤੇ ਹੱਕ ਸੀ। ਨਾਲੇ ਅਬਰਾਹਾਮ, ਕੀ ਤੈਨੂੰ ਪਤਾ ਹੈ ਕਿ ਤੂੰ ਕੀ ਕੀਤਾ ਹੈ? ਤੇਰੇ ਕੋਲ ਉਹ ਸਾਰਾ ਲੁੱਟ ਦਾ ਮਾਲ ਉਪਲਬਧ ਸੀ ਅਤੇ ਤੂੰ ਤਾਂ ਆਪਣੀ ਪਿੱਠ ਉਸ ਵੱਲ ਘੁਮਾ ਲਈ। ਪਰਮੇਸ਼ਰ ਨੇ ਆਖਿਆ, ਅਬਰਾਹਾਮ ਤੇਰੀ ਢਾਲ ਅਤੇ ਤੇਰਾ ਵੱਡਾ ਅਜ਼ਰ ਮੈਂ ਹਾਂ। ਠੀਕ ਹੈ, ਜੋ ਕੁਝ ਸ਼ੈਤਾਨ ਵਿਸ਼ਵਾਸੀ ਨਾਲ ਕਰਦਾ ਹੈ ਉਹ ਇਹ ਹੈ ਕਿ ਉਹ ਲਗਾਤਾਰ ਮਸੀਹ ਵਿੱਚ ਉਸ ਦੇ ਹਰੇਕ ਅਨੁਭਵ ਦੀ ਠੀਕ ਜੜ੍ਹ ਦੇ ਉੱਤੇ ਸ਼ੱਕ ਪਾਉਂਦਾ ਹੈ। ਨੇਚਾ ਦੀ ਢਾਲ ਤੋਂ ਬਗੈਰ ਉਸ ਦੀ ਹਰੇਕ ਕੋਸ਼ਿਸ਼ ਜੋ ਉਹ ਕਰਦਾ ਹੈ ਉਸ ਦੇ ਦੁਆਰਾ ਆਪ ਸ਼ਿਕਾਰ ਬਣਾਏ ਜਾਂਦੇ ਹੋ। ਜਦੋਂ ਆਪ ਮਿਸਾਲ ਵਜੋਂ ਇਬਰਾਨੀਆਂ ਦੀ ਪੁਸਤਕ ਉੱਤੇ ਗੌਰ ਕਰਦੇ ਹੋ ਤਦ 11 ਅਧਿਆਏ ਵੱਲ ਆਓ। ਇਬਰਾਨੀਆਂ ਦੀ ਪੁਸਤਕ 11 ਅਧਿਆਏ, ਜਿਵੇਂ ਕਿ ਆਪ ਵਿੱਚੋਂ ਜ਼ਿਆਦਾਤਰ ਲੋਕ ਇਹ ਜਾਣਦੇ ਹਨ। ਇਸ ਵਿੱਚ ਜਿਵੇਂ ਕਿ ਆਪ ਜਾਣਦੇ ਹੋ ਨੇਚਾ ਦੇ ਲੋਕਾਂ ਦੀ ਇੱਕ ਵੱਡੀ ਗਿਣਤੀ ਹੈ। ਇਬਰਾਨੀਆਂ ਦੀ ਪੁਸਤਕ 11 ਅਧਿਆਏ ਬਾਈਬਲ ਵਿੱਚ ਪਾਏ ਜਾਣ ਵਾਲੇ ਸਭ ਤੋਂ ਪ੍ਰਸਿੱਧ ਅਧਿਆਇਆਂ ਵਿੱਚੋਂ ਇੱਕ ਹੈ, ਕਿਉਂਕਿ ਇਹ ਸਾਡੇ ਲਈ ਪੁਰਾਣੇ ਨੇਮ ਦੇ ਵਿੱਚ ਪਾਏ ਜਾਣ ਵਾਲੇ ਉਹਨਾਂ ਸਾਰੇ ਲੋਕਾਂ ਦੇ ਨਾਮਾਂ ਦੀ ਸੂਚੀ ਨੂੰ ਪ੍ਰਗਟ ਕਰਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਨੇਚਾ ਦੇ ਅਨੁਭਵ ਦੇ ਦੁਆਰਾ ਇੱਕ ਭਿੰਨ ਆਪਣੀ ਪਹਿਚਾਣ ਬਣਾਈ ਸੀ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਨੇਚਾ ਦਾ ਇੱਕ ਕਦਮ ਚੁੱਕਿਆ ਅਤੇ ਜਦੋਂ ਉਹ ਨੇਚਾ ਦੇ ਵਿੱਚ ਹੋ ਕੇ ਚੱਲੇ ਸਨ ਤਦ ਇਸ ਦੀ ਇੱਕ ਲਿਖਤ ਰਿਕਾਰਡ ਵਜੋਂ ਲਿਖੀ ਗਈ ਸੀ। ਹੁਣ ਇਹ ਛੋਟੇ ਜਿਹੇ ਅਧਿਆਏ ਵਿੱਚ ਇਕੱਠੇ ਕਰਕੇ ਲਿਖਤਾਂ ਰੱਖੀਆਂ ਗਈਆਂ ਸਨ। ਇਹ ਤਾਂ ਨੇਚਾ ਵਾਂਗ ਲੋਕਾਂ ਦਾ ਇੱਕ ਸੰਗ੍ਰਹਿ ਹੈ। ਇੱਥੇ ਪੁਰਾਣੇ ਨੇਮ ਵਿੱਚ ਪਾਏ ਜਾਣ ਵਾਲੇ ਮੁੱਖ ਸਾਰੇ ਲੋਕ ਹਨ ਜਿਨ੍ਹਾਂ ਨੇ ਵੱਡੀ ਨੇਚਾ ਦਾ ਦਾਅਵਾ ਕੀਤਾ ਸੀ। ਮੈਂ ਆਪ ਨੂੰ ਕੁਝ ਦੱਸ ਦੇਵਾਂ, ਉਹ ਸਭ ਠੀਕ ਸਾਡੇ ਵਾਂਗ ਰੀਝ ਰੱਖਣ ਵਾਲੇ ਮਨੁੱਖ ਅਤੇ ਔਰਤ ਸਨ। ਉਹ ਕਾਰਨ ਜਿਸ ਕਰਕੇ ਉਹ ਭਿੰਨ ਕੀਤੇ ਗਏ ਹਨ ਇਸ ਕਰਕੇ ਹੈ
ਉਹ ਉਹਨਾਂ ਦੀ ਨੇਚਾ ਕਰਕੇ, ਕਿਉਂਕਿ ਉਹਨਾਂ ਨੇ ਦੁਸ਼ਟ ਦੁਆਰਾ ਉਹਨਾਂ ਉੱਤੇ ਚਲਾਏ ਗਏ ਅਗਨਵਾਣਾ ਅਤੇ ਛੱਕ ਨੂੰ ਨੇਚਾ ਦੀ ਢਾਲ ਦੇ ਦੁਆਰਾ ਦੂਰ ਰੱਖਿਆ। ਮੈਂ ਇਸ ਦੀ ਇੱਕ ਉਦਾਹਰਨ ਦੇ ਦੇਵਾਂ। ਕੁਝ ਇੱਕ ਪਲ ਲਈ ਇਸ ਨੇਚਾਵਾਨ ਵੱਲੋਂ ਤੱਕੋ। ਮੈਂ ਇਹਨਾਂ ਸਾਰੇ ਵਚਨਾਂ ਵੱਲ ਉੱਤੇ ਗੌਰ ਨਹੀਂ ਕਰ ਸਕਦਾ। ਇਬਰਾਨੀਆਂ ਦੀ ਪੱਤਰੀ 11 ਅਧਿਆਇ ਉਸ ਦੀ 7 ਐਤ ਉੱਤੇ ਗੌਰ ਕਰੋ। ਇਹ ਪਹਿਲੀ ਉਦਾਹਰਨ ਹੈ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ। ਇੱਥੇ ਲਿਖਿਆ, ਨੇਚਾ ਨਾਲ ਨੂਹ ਨੇ ਪਰਮੇਸ਼ਰ ਕੋਲੋਂ ਉਹਨਾਂ ਵਸਤੂਆਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠੀਆਂ ਸਨ, ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ। ਆਪਨੇ ਉਹਨਾਂ ਸਾਰੇ ਢੰਗਾਂ ਨਾਲ ਮਹਿਸੂਸ ਕੀਤਾ ਔਰ ਚੁੱਕਿਆ ਜਿਨ੍ਹਾਂ ਦੇ ਅਨੁਸਾਰ ਇਸ ਨੂੰ ਪ੍ਰਗਟ ਕੀਤਾ ਗਿਆ ਹੈ। ਸ਼ਾਇਦ ਉਹ ਇਸ ਦੇ ਵਿੱਚ ਸਚਾਈ ਦੇ ਬਹੁਤ ਨਜ਼ਦੀਕ ਸਨ, ਕਿਉਂਕਿ ਮੈਂ ਨੂਹ ਨੂੰ ਉਜਾੜ ਦੇ ਵਿਚਕਾਰ ਇੱਕ ਕਿਸ਼ਤੀ ਨੂੰ ਬਣਾਉਂਦਾ ਕਲਪਨਾ ਨਹੀਂ ਕਰ ਸਕਦਾ, ਜਿੱਥੇ ਕਿ ਉਹਨਾਂ ਨੇ ਇਤਿਹਾਸ ਵਿੱਚ ਕਦੇ ਵੀ ਬਰਖਾ ਨੂੰ ਨਹੀਂ ਸੀ ਜਾਣਿਆ। ਉਹ ਇਸ ਵੱਡੀ ਕਿਸ਼ਤੀ ਨੂੰ ਉਸਾਰ ਰਿਹਾ ਹੈ ਅਤੇ ਬੈਰੀ ਦੇ ਅਗਨਵਾਨ ਉਸ ਦੇ ਵਿਰੁੱਧ ਆ ਰਹੇ ਸਨ। ਨੂਹ ਨੂੰ ਇਹ ਸਭ ਕੀ ਕਰ ਰਿਹਾ ਹੈ? ਤੂੰ ਇਹ ਕੀ ਉਸਾਰ ਰਿਹਾ ਹੈ? ਇੱਕ ਕਿਸ਼ਤੀ, ਅਤੇ ਕੀ ਹੁਣ ਮੀਂਹ ਆਊਗਾ? ਤੂੰ ਇਹ ਸਭ ਕੀ ਕਰ ਰਿਹਾ ਹੈ? ਪਰਮੇਸ਼ਰ ਨੇ ਮੈਨੂੰ ਇਹ ਕਰਨ ਲਈ ਆਖਿਆ ਹੈ, ਨੂਹ ਨੇ ਕਿਹਾ। ਇੱਥੇ ਅਗਨਵਾਨ ਕੀ ਹੈ? ਉਸ ਦੇ ਮਨ ਵਿੱਚ ਪਾਈ ਜਾਣ ਵਾਲੀ ਸ਼ੱਕ, ਜੋ ਕਿ ਪਰਮੇਸ਼ਰ ਦੇ ਵਾਅਦੇ ਦੀ ਅਸਲੀਅਤ ਦੇ ਬਾਰੇ ਹੈ। ਆਪ ਇਸ ਬਾਰੇ ਪੂਰਾ ਭਰੋਸਾ ਕਰ ਸਕਦੇ ਹੋ ਕਿ ਇਹ ਇਸੇ ਤਰ੍ਹਾਂ ਵਰਪਿਆ ਸੀ। ਇਸ ਨੂੰ ਪੜ੍ਹਦੇ ਜਾਓ। ਮੂਸਾ ਦਾ ਜ਼ਿਕਰ 25 ਐਤ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ। ਇਬਰਾਨੀਆਂ ਦੀ ਪੱਤਰੀ 11 ਅਧਿਆਇ 25 ਐਤ ਦੇ ਵਚਨ ਹਨ, ਇਸ ਤਰ੍ਹਾਂ ਹਨ। ਨੇਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤੇ ਫਰੌਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ, ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ਰ ਦੀ ਪ੍ਰਜਾ ਨਾਲ ਜਬਰੀ ਚੱਲਣ ਨੂੰ ਬਹਾਲਾ ਪਸੰਦ ਕੀਤਾ। ਮੂਸਾ, ਹੁਣ ਤੂੰ ਵੱਡਾ ਹੋ ਚੁੱਕਾ ਹੈ ਅਤੇ ਤੈਨੂੰ ਇੱਕ ਚੋਣ ਕਰਨੀ ਪੈਣੀ ਹੈ। ਤੂੰ ਹੁਣ ਇਸ ਮਹਿਲ ਦੇ ਵਿੱਚ ਟਿਕਿਆ ਨਹੀਂ ਰਹਿ ਸਕਦਾ ਅਤੇ ਇਸ ਤਰ੍ਹਾਂ ਕਰਕੇ ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਵੱਡੀ ਪਾਤਸ਼ਾਹੀ ਦੇ ਉੱਤੇ ਰਾਜ ਕਰ ਸਕਦਾ ਹੈ, ਜਦੋਂ ਤੱਕ ਤੂੰ ਮੇਰੀ ਇਸ ਮੰਗ ਨੂੰ ਪੂਰਾ ਨਾ ਕਰੇ। ਮੂਸਾ ਨੇ ਆਖਿਆ, ਨਹੀਂ, ਮੈਂ ਇੱਕ ਯਹੂਦੀ ਹਾਂ, ਮੈਂ ਇੱਕ ਇਬਰਾਨੀ ਹਾਂ। ਮੈਂ ਤਾਂ ਇਸ ਨਾਲੋਂ ਆਪਣੇ ਲੋਕਾਂ ਨਾਲ ਹੋਣਾ ਪਸੰਦ ਕਰਾਂਗਾ। ਪਰਮੇਸ਼ਰ ਕੋਲ ਮੇਰੇ ਲਈ ਇੱਕ ਯੋਜਨਾ ਹੈ। ਮੈਂ ਆਪਣੀ ਪਛਾਣ ਆਪਣੇ ਲੋਕਾਂ ਨਾਲ ਬਣਾਉਣ ਜਾ ਰਿਹਾ ਹਾਂ। ਕੀ ਆਪ ਇਸ ਬਾਰੇ ਕਲਪਨਾ ਨਹੀਂ ਕਰ ਸਕਦੇ ਕਿ ਸ਼ੈਤਾਨ ਅੰਦਰ ਉਸ ਦੇ ਕੋਲ ਆ ਕੇ ਆਖ ਰਿਹਾ ਹੈ, ਮੂਸਾ, ਤੂੰ ਸੱਚਮੁੱਚ ਇਸ ਨੂੰ ਇਸ ਸਮੇਂ ਪਰੇ ਕਰ ਚੁੱਕਾ ਹੈ। ਕੀ ਤੂੰ ਨਹੀਂ ਸਮਝਦਾ ਕਿ ਜੇਕਰ ਇਸ ਮਹਿਲ ਦੇ ਵਿੱਚ ਤੂੰ ਟਿਕਿਆ ਰਹੇਗਾ ਤਾਂ ਤੂੰ ਆਪਣੇ ਲੋਕਾਂ ਦੀ ਮਦਦ ਕਰਨ ਦਾ ਇੱਕ ਇਸ ਨਾਲੋਂ ਬਿਹਤਰ ਮੌਕਾ ਪਾਵੇਂਗਾ, ਉਸ ਨਾਲੋਂ ਕਿ ਤੂੰ ਆਪਣੀ ਪਛਾਣ ਉਹਨਾਂ ਲੋਕਾਂ ਦੇ ਨਾਲ ਬਣਾਵੇਂ, ਅਤੇ ਇਸ ਨਾਲੋਂ ਵੀ ਵੱਧ ਕੇ ਇਹਨਾਂ ਸਾਰੀਆਂ ਭਲੀਆਂ ਵਸਤੂਆਂ ਵੱਲ ਤੱਕ ਜੋ ਤੇਰੇ ਕੋਲ ਹੋਣਗੀਆਂ। ਅੱਛਾ ਜੀਵਨ ਮੂਸਾ, ਇਹ ਇੱਕ ਅਗਨਬਾਣ ਹੈ। 30 ਐਤ ਵਿੱਚ ਪਾਏ ਜਾਣ ਵਾਲੇ ਵਚਨਾਂ ਨੂੰ ਮੈਂ ਪਸੰਦ ਕਰਦਾ ਹਾਂ। ਇੱਥੇ ਲਿਖਿਆ ਹੈ, ਨੇਚਾ ਨਾਲ ਯਰੀਹੋ ਦੀ ਦੀਵਾਰ ਜਾਂ 7 ਦਿਨਾਂ ਤੱਕ ਘੇਰੀ ਗਈ ਤਾਂ ਢਹਿ ਪਈ। ਤੁਸੀਂ ਇਹ ਸਭ ਕੀ ਕਰ ਰਹੇ ਹੋ? ਸ਼ਹਿਰ ਦੇ ਦੁਆਲੇ ਚੱਕਰ ਕੱਢਦਿਆਂ ਇਹ ਸਭ ਕੀ ਹੋ ਰਿਹਾ ਹੈ? ਸ਼ਹਿਰ ਦੇ ਆਲੇ ਦੁਆਲੇ ਚੱਕਰ ਕੱਢਦੇ ਜਾ ਰਹੇ ਹੋ। ਤੁਸੀਂ ਇਹ ਸਭ ਕਿਉਂ ਕਰ ਰਹੇ ਹੋ? ਅਤੇ ਅਸੀਂ ਤਾਂ ਯਰੀਹੋ ਸ਼ਹਿਰ ਉੱਤੇ ਫਤਿਹ ਪਾਉਣ ਜਾ ਰਹੇ ਹਾਂ। ਤੁਹਾਡੇ ਹਥਿਆਰ ਕਿੱਥੇ ਹਨ? ਸਾਨੂੰ ਕਿਸੇ ਹਥਿਆਰ ਦੀ ਲੋੜ ਨਹੀਂ ਹੈ। ਤੁਹਾਡਾ ਇਸ ਤੋਂ ਕੀ ਭਾਵ ਹੈ? ਤੁਹਾਨੂੰ ਕਿਸੇ ਹਥਿਆਰ ਦੀ ਲੋੜ ਨਹੀਂ ਹੈ। ਤੁਸੀਂ ਤਾਂ ਸਿਰਫ ਆਲੇ ਦੁਆਲੇ ਚੱਕਰ ਲਗਾ ਰਹੇ ਹੋ। ਤੁਸੀਂ ਤਾਂ ਸਿਰਫ ਸ਼ਹਿਰ ਦੇ ਦੁਆਲੇ ਚੱਕਰ ਹੀ ਲਗਾ ਰਹੇ ਹੋ। ਕਿੰਨੀ ਵਾਰ? ਜੀ ਹਾਂ, ਹਰ ਰੋਜ਼ ਇੱਕ ਵਾਰ, ਪਹਿਲਾ 6 ਦਿਨਾਂ ਦੇ ਲਈ ਅਤੇ 7 ਵਾਰ ਆਖਰੀ ਦਿਨਾਂ ਲਈ, 13 ਵਾਰ। ਅਤੇ ਫਿਰ ਮੈਨੂੰ ਦੱਸੋ ਕੀ ਹੋਣ ਜਾ ਰਿਹਾ ਹੈ? ਇਹ ਸਾਰੀ ਦੀਵਾਰ ਢੇਰੀ ਹੋਣ ਜਾ ਰਹੀ ਹੈ। ਨਿਸ਼ਚਿੰਤ ਤੌਰ ਤੇ ਇਹ ਇੱਕ ਅਗਨਬਾਣ ਹੈ। ਕੀ ਆਪ ਇਸ ਦੀ ਕਲਪਨਾ ਕਰ ਸਕਦੇ ਹੋ ਕਿ ਇਸ ਦੇ ਲਈ ਨੇਚਾ ਦੀ ਕਿੰਨੀ ਲੋੜ ਪਾਈ ਹੋਵੇਗੀ? ਇਹਨਾਂ ਲੋਕਾਂ ਦੇ ਲਈ ਉਹ ਸਭ ਕਰਦੇ ਰਹਿਣ ਦੇ ਲਈ ਜੋ ਕੁਝ ਪਰਮੇਸ਼ਰ ਨੇ ਉਹਨਾਂ ਨੂੰ ਕਰਨ ਦੇ ਲਈ ਆਖਿਆ ਸੀ, ਜਦੋਂ ਕਿ ਸਾਰਾ ਬਾਹਰੀ ਅਨੁਭਵ ਉਸ ਸਮੇਂ ਇਸ ਤੋਂ ਪਹਿਲਾਂ ਕਦੇ ਨਹੀਂ ਵਰਪਿਆ। ਮੈਂ ਇਸ ਬਾਰੇ ਅੱਗੇ ਗੌਰ ਕਰਨ ਜਾ ਰਿਹਾ ਹਾਂ ਔਰ ਇਸ ਨੂੰ ਮੈਂ ਜਾਰੀ ਰੱਖਦਾ ਹਾਂ। ਆਪ ਇਸ ਅਧਿਆਇ ਨੂੰ ਆਪਣੇ ਲਈ ਪੜ੍ਹ ਸਕਦੇ ਹੋ। ਅਸੀਂ ਅਕਸਰ ਇਸ ਨੂੰ ਛੱਡ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਉਹ ਨੇਚਾ ਦੀ ਇੱਕ ਤਰ੍ਹਾਂ ਨਾਲ ਇੱਕ ਸਮੇਂ ਲਈ ਬਰਕਤ ਸੀ ਅਤੇ ਪਰਮੇਸ਼ਰ ਨੇ ਇਸ ਦੇ ਨਾਲ ਇਹਨਾਂ ਲੋਕਾਂ ਨੂੰ ਨਿਹਾਲ ਕੀਤਾ ਸੀ ਅਤੇ ਉਹਨਾਂ ਉੱਤੇ ਉਸ ਤਰ੍ਹਾਂ ਦੇ ਕਈ ਦਬਾਅ ਨਹੀਂ ਸੀ ਜੋ ਸਾਡੇ ਉੱਤੇ ਹਨ। ਪਰ ਮੈਂ ਆਪ ਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੈਂ ਨਹੀਂ ਜਾਣਦਾ ਜੇਕਰ ਇਹ ਉਸ ਤਰ੍ਹਾਂ ਵਰਪਿਆ ਹੋਵੇ ਜਿਸ ਤਰ੍ਹਾਂ ਕਿ ਮੈਂ ਇਸ ਦੇ ਵਰਪਨ ਦੀ ਕਲਪਨਾ ਕੀਤੀ ਸੀ, ਪਰ ਮੈਂ ਤਾਂ ਕਰੀਬ ਇਹ ਆਖ ਸਕਾਂਗਾ ਕਿ ਹਰੇਕ ਅਨੁਭਵ ਦੇ ਵਿੱਚ ਉਹੀ ਗੱਲ ਜੋ ਆਪ ਦੇ ਜੀਵਨ ਦੇ ਵਿੱਚ ਆਉਂਦੀ ਹੈ, ਜਦੋਂ ਆਪ ਦੇ ਕੋਲ ਪਰਮੇਸ਼ਰ ਦਾ ਇੱਕ ਵਾਅਦਾ ਪਾਇਆ ਜਾਂਦਾ ਹੈ ਅਤੇ ਆਪ ਦੇ ਅੱਗੇ ਕੁਝ ਅਜਿਹੇ ਹਾਲਾਤ ਹੋਣ ਜੋ ਕਿ ਮਾਇਨਾ ਨਾ ਰੱਖਣ, ਠੀਕ ਉਹੀ ਚੀਜ਼ ਜੋ ਸ਼ੈਤਾਨ ਕਰਦਾ ਹੈ ਉਸ ਸਥਿਤੀ ਵਿੱਚ ਠੀਕ ਤੁਹਾਡੇ ਨਾਲ ਉਹੀ ਹੀ ਉਸਨੇ ਉਹਨਾਂ ਦੇ ਨਾਲ ਕੀਤਾ ਸੀ ਅਤੇ ਉਹਨਾਂ ਨੇ ਉਸ ਢਾਲ ਨੂੰ ਪਹਿਨਿਆ ਸੀ ਅਤੇ ਆਖਿਆ ਸੀ, ਮੈਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਜਾ ਰਿਹਾ ਹਾਂ।
ਉਸਨੇ ਮੈਨੂੰ ਇੱਕ ਵਾਅਦਾ ਦਿੱਤਾ ਹੈ ਅਤੇ ਮੈਨੂੰ ਇਸ ਦੀ ਕੋਈ ਚਿੰਤਾ ਨਹੀਂ ਕਿ ਮੌਕੇ ਜਾਂ ਹਾਲਾਤ ਕਿਸੇ ਤਰ੍ਹਾਂ ਦੇ ਜਾਪਦੇ ਹਨ। ਮੈਂ ਇਸ ਦੀ ਕੋਈ ਚਿੰਤਾ ਨਹੀਂ ਕਰਦਾ। ਹੇ ਸ਼ੈਤਾਨ, ਤੂੰ ਕੀ ਆਖ ਰਿਹਾ ਹੈ? ਇਹ ਪਰਮੇਸ਼ਰ ਦੀ ਬਾਣੀ ਹੈ, ਇਹ ਪਰਮੇਸ਼ਰ ਦੀ ਸੱਚਾਈ ਹੈ। ਜੇ ਤੂੰ ਚਾਹੁੰਦਾ ਹੈ, ਇਸ ਤੀਰ ਨੂੰ ਮੇਰੇ ਉੱਤੇ ਚਲਾ, ਪਰ ਇੱਥੇ ਇਸ ਨੂੰ ਲੈ। ਯਿਸੂ ਜੀ ਨੇ ਸਾਨੂੰ ਆਖਿਆ ਸੀ ਕਿ ਇਸ ਨੂੰ ਕਿਵੇਂ ਕਰੀਦਾ ਹੈ। ਯਿਸੂ ਜੀ ਨੇ ਨਿਸ਼ਚੈ ਦੀ ਢਾਲ ਨੂੰ ਇਸ ਤਰ੍ਹਾਂ ਲਿਆ ਸੀ ਜਿਸ ਤਰ੍ਹਾਂ ਹੋਰ ਕਿਸੇ ਮਨੁੱਖ ਨੇ ਕਦੀ ਵੀ ਨਹੀਂ ਲਿਆ। ਮੱਤੀ ਦੀ ਅੰਜੀਲ 4 ਅਧਿਆਏ ਵਿੱਚ ਜਦੋਂ ਸ਼ੈਤਾਨ ਉਸ ਦੇ ਕੋਲ ਆਇਆ ਤਦ ਉਸ ਨੇ ਕੀ ਆਖਿਆ ਸੀ? ਬਾਰ-ਬਾਰ ਆਪ ਨੂੰ ਮੱਤੀ ਦੀ ਅੰਜੀਲ ਦੇ 4 ਅਧਿਆਏ ਵਿੱਚ ਪੜ੍ਹਨ ਦੀ ਜ਼ਰੂਰਤ ਹੈ। ਪਹਿਲੀ ਕੁਝ ਐਤ ਵਿੱਚ, ਕਿਉਂਕਿ ਸ਼ੈਤਾਨ ਨੇ ਯਿਸੂ ਨਾਲ ਠੀਕ ਉਹੀ ਕੀਤਾ ਸੀ ਜੋ ਉਸ ਨੇ ਹਵਾ ਨਾਲ ਕੀਤਾ ਸੀ, ਅਤੇ ਜੋ ਕਿ ਉਹ ਤੁਹਾਡੇ ਨਾਲ ਕੰਜਾ ਰਿਹਾ ਹੈ, ਤੇ ਜੋ ਕਿ ਉਹ ਹਰੇਕ ਨਾਲ ਕਰ ਚੁੱਕਾ ਹੈ ਜੋ ਇਸ ਦੇ ਵਿਚਕਾਰ ਜੀ ਚੁੱਕਾ ਹੈ। ਉਹ ਯਿਸੂ ਦੇ ਕੋਲ ਆਇਆ ਅਤੇ ਉਸ ਨੇ ਆਖਿਆ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਦ ਇਹਨਾਂ ਪੱਥਰਾਂ ਨੂੰ ਹੁਕਮ ਕਰ ਕਿ ਇਹ ਰੋਟੀ ਬਣ ਜਾਣ। ਪ੍ਰਭੂ ਜੀ, ਮੈਂ ਜਾਣਦਾ ਹਾਂ ਕਿ ਤੂੰ ਭੁੱਖਾ ਹੈ, ਉਸ ਨੂੰ ਸਿੱਧ ਕਰੋ ਜੋ ਕੁਝ ਤੂੰ ਹੈ। ਯਿਸੂ ਜੀ ਨੇ ਆਖਿਆ ਸੀ, ਲਿਖਿਆ ਹੈ, ਇਹੀ ਹੈ ਉਹ ਢਾਲ, ਮਨੁੱਖ ਨਿਰਾ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ, ਪਰ ਹਰੇਕ ਵਚਨ ਨਾਲ ਜੋ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਹੈ। ਉਸ ਅਧਿਆਇ ਦਾ ਅਧਿਐਨ ਕਰੋ। ਅਸੀਂ ਸ਼ਿਕਾਰ ਅਤੇ ਅਸੀਂ ਫਤਿਹਮੰਦ ਨਹੀਂ ਹਾਂ, ਕਿਉਂਕਿ ਅਸੀਂ ਕਦੇ ਵੀ ਢਾਲ ਦਾ ਇਸਤੇਮਾਲ ਕਰਨਾ ਨਹੀਂ ਸਿੱਖਿਆ। ਅਸੀਂ ਪੂਰੀ ਤਰ੍ਹਾਂ ਅਸੁਰੱਖਿਅਤ ਹਾਂ ਅਤੇ ਸ਼ੱਕ ਆਉਂਦੇ ਹਨ ਅਤੇ ਇਨਕਾਰ ਆਉਂਦੇ ਹਨ ਅਤੇ ਧੋਖਾ ਕੀਤਾ ਜਾਂਦਾ ਹੈ ਅਤੇ ਜ਼ਾਹਿਰ ਸਾਡੇ ਅੰਦਰ ਦਾਖਲ ਹੁੰਦਾ ਹੈ ਅਤੇ ਅਸੀਂ ਨਿਰਉਤਸ਼ਾਹਿਤ ਹੋ ਜਾਂਦੇ ਹਾਂ ਅਤੇ ਹਾਰ ਜਾਂਦੇ ਹਾਂ ਅਤੇ ਸ਼ੈਤਾਨ ਜਿੱਤ ਜਾਂਦਾ ਹੈ। ਨੰਬਰ 5, ਨਿਹਚਾ ਦੀ ਢਾਲ ਦਾ ਅਧਿਕਾਰ। ਮੈਂ ਆਪ ਨੂੰ ਆਖਰੀ ਗੱਲ ਇੱਕ ਵਚਨ ਵਿੱਚੋਂ ਆਪ ਨੂੰ ਦੱਸਣੀ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਕਿ ਆਪ ਆਪਣੀਆਂ ਬਾਈਬਲਾਂ ਬੰਦ ਕਰ ਲਵੋ, ਮੈਂ ਆਪ ਨੂੰ ਨਿਹਚਾ ਦੀ ਢਾਲ ਦੇ ਅਧਿਕਾਰ ਬਾਰੇ ਕੁਝ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਆਪ ਜਾਣਦੇ ਹੋ ਕਿ ਪਰਮੇਸ਼ਰ ਇਸ ਨੂੰ ਆਪ ਦੇ ਜੀਵਨ ਵਿੱਚ ਸਵਰਗ ਵਿੱਚੋਂ ਨਹੀਂ ਸੁੱਟਣ ਜਾ ਰਿਹਾ। ਆਪ ਇਸ ਨੂੰ ਨੇਕ ਵਰਤਾਓ ਦੇ ਦੁਆਰਾ ਨਹੀਂ ਪਾਉਂਦੇ, ਜਦੋਂ ਕਿ ਆਪ ਪਿਛਲੇ 5 ਸਾਲਾਂ ਤੋਂ ਇੱਕ ਮਸੀਹੀ ਰਹੇ ਹੋ। ਅਗਲੇ ਭਾਗ ਵਿੱਚ ਇਹ ਕੀ ਆਖਦੇ ਹਨ? ਨਿਹਚਾ ਦੀ ਢਾਲ ਨੂੰ ਲਓ, ਇਹ ਲੈਣਾ ਕੀ ਕਰੀਦਾ ਹੈ? ਹੇ ਸਿਪਾਹੀ, ਆਪ ਇਸ ਨੂੰ ਕਿਵੇਂ ਪਾਉਂਦੇ ਹੋ? ਆਪ ਇਸ ਨੂੰ ਬਰਪਨ ਕਰਦੇ ਹੋ, ਆਪ ਇਸ ਨੂੰ ਲੈਂਦੇ ਹੋ ਅਤੇ ਇਸ ਉੱਤੇ ਆਪ ਦਾ ਕਬਜ਼ਾ ਹੋ ਜਾਂਦਾ ਹੈ। ਇਸ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਕਿ ਆਪ ਨੂੰ ਸਚਾਈ ਨੂੰ ਪ੍ਰਵਾਨ ਕਰਨਾ ਪੈਣਾ ਹੈ, ਨਿਹਚਾ ਨੂੰ ਪ੍ਰਵਾਨ ਕਰਨਾ ਪੈਣਾ ਹੈ, ਫਿਰ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਨਿਹਚਾ ਨਹੀਂ ਹੁੰਦੀ ਜਦੋਂ ਤੱਕ ਕਿ ਇਹ ਕਾਰਜਸ਼ੀਲ ਨਾ ਹੋਵੇ। ਸੱਚੀ ਨਿਹਚਾ ਹਮੇਸ਼ਾ ਹੀ ਕਿਰਿਆਸ਼ੀਲ ਹੁੰਦੀ ਹੈ ਅਤੇ ਤਰੀਕਾ ਜਿਸ ਦੇ ਅਨੁਸਾਰ ਆਪ ਨਿਹਚਾ ਨੂੰ ਪ੍ਰਵਾਨ ਕਰਦੇ ਹੋ ਇਹ ਹੈ ਕਿ ਆਪ ਆਪਣੇ ਆਪ ਨੂੰ ਪਰਮੇਸ਼ਰ ਨਾਲ ਸੰਬੰਧਿਤ ਸਚਾਈ ਦੇ ਨਾਲ ਆਪਣੇ ਆਪ ਨੂੰ ਲੈਸ ਕਰ ਲਵੋ ਅਤੇ ਇਸ ਬਾਰੇ ਕਿ ਉਹ ਕੌਣ ਹੈ, ਆਪ ਆਪਣੇ ਆਪ ਨੂੰ ਪਰਮੇਸ਼ਰ ਦੀ ਬਾਣੀ ਦੇ ਨਾਲ ਲੈਸ ਕਰਦੇ ਹੋ, ਤਾਂ ਕਿ ਸ਼ੈਤਾਨ ਆਪ ਦੇ ਰਾਹ ਵਿੱਚ ਕੁਝ ਵੀ ਕਿਉਂ ਨਾ ਲਿਆਵੇ। ਆਪ ਕੋਲ ਉਹ ਢੁਕਵੀਂ ਧਾਰਨਾ ਅਤੇ ਢੁਕਵੀਂ ਸਚਾਈ ਅਤੇ ਇੱਕ ਢੁਕਵੀਂ ਆਇਤ ਹੁੰਦੀ ਹੈ ਜੋ ਆਪ ਉਸ ਨੂੰ ਪਰੇ ਕਰਨ ਲਈ ਇਸਤੇਮਾਲ ਕਰ ਸਕਦੇ ਹੋ। ਕਿ ਸਾਡੇ ਲਈ ਇਹ ਆਖਣਾ ਆਸਾਨ ਨਹੀਂ ਹੁੰਦਾ ਕਿ ਇਹ ਜ਼ਰੂਰੀ ਨਹੀਂ ਹੈ। ਜਦੋਂ ਤੱਕ ਅਸੀਂ ਮੱਤੀ ਦੀ ਅੰਜੀਲ ਦੇ 4 ਅਧਿਆਇ ਨੂੰ ਪੜ੍ਹ ਨਹੀਂ ਲੈਂਦੇ ਅਤੇ ਉੱਥੇ ਅਸੀਂ ਇਹ ਨਹੀਂ ਖੋਜਦੇ ਕਿ ਪਰਮੇਸ਼ਰ ਦੇ ਪੁੱਤਰ ਨੂੰ ਸ਼ੈਤਾਨ ਨੂੰ ਹਰਾਉਣ ਦਾ ਲਈ ਠੀਕ ਉਹੀ ਹੀ ਕੰਮ ਕਰਨਾ ਪਿਆ ਸੀ ਜੋ ਕੁਝ ਉਹ ਸਾਨੂੰ ਕਰਨ ਦੇ ਲਈ ਆਖਦਾ ਹੈ। ਉਸਨੇ ਪੁਰਾਣੇ ਨੇਮ ਦੀ ਬਾਈਬਲ ਬਾਣੀ ਨੂੰ ਮੂੰਹ ਜ਼ਬਾਨੀ ਯਾਦ ਕੀਤਾ ਸੀ। ਉਸਨੇ ਪਰਮੇਸ਼ਰ ਦੀ ਬਾਣੀ ਨੂੰ ਯਾਦ ਕੀਤਾ ਸੀ ਅਤੇ ਜਦੋਂ ਸ਼ੈਤਾਨ ਨੇ ਅਗਨਬਾਨ ਦਾ ਇਸਤੇਮਾਲ ਯਿਸੂ ਦੇ ਵਿਰੁੱਧ ਕੀਤਾ ਸੀ ਤਦ ਉਹ ਠੀਕ ਜਾਣਦੇ ਸਨ ਕਿ ਕਿਹੜਾ ਵਚਨ ਦਾ ਹਵਾਲਾ ਦਿੱਤਾ ਜਾਣਾ ਹੈ। ਅਸਲ ਵਿੱਚ ਸ਼ੈਤਾਨ ਨੇ ਬਾਈਬਲ ਬਾਣੀ ਦਾ ਇਸਤੇਮਾਲ ਇਸੇ ਤਰ੍ਹਾਂ ਕੀਤਾ ਸੀ ਜਿਵੇਂ ਕਿ ਨੋਟ ਕਰਦਾ ਹੋ। ਜਿਉਂ-ਜਿਉਂ ਆਪ ਇਸ ਨੂੰ ਪੜ੍ਹਦੇ ਹੋ ਅਤੇ ਪ੍ਰਭੂ ਜੀ ਜਾਣਦੇ ਸਨ ਕਿ ਇਸ ਨੂੰ ਕਿਵੇਂ ਸ਼ਸ਼ੋਪਨ ਦੇ ਵਿੱਚ ਪਾਈਦਾ ਹੈ। ਮੈਂ ਇੱਥੇ 2 ਗੱਲਾਂ ਆਖਣੀਆਂ ਚਾਹੁੰਦਾ ਹਾਂ ਜਦੋਂ ਕਿ ਅਸੀਂ ਜਲਦੀ ਨਤੀਜੇ ਵਜੋਂ ਇਸ ਸਾਰੀ ਗੱਲ ਨੂੰ ਜੋ ਕਿ ਨਿਹਚਾ ਦੀ ਢਾਲ ਅਤੇ ਇਸ ਦੇ ਆਪਣੇ ਜੀਵਨਾਂ ਦੇ ਵਿੱਚ ਇਸ ਨੂੰ ਪ੍ਰਵਾਨ ਕਰਨ ਦੇ ਨਾਲ ਸੰਬੰਧਿਤ ਹੈ, ਇਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਨੰਬਰ 1, ਆਪਣੀ ਨਿਹਚਾ ਦੇ ਉਦੇਸ਼ ਦੇ ਬਾਰੇ ਠੀਕ ਠਾਕ ਹੋਵੋ। ਆਪਣੀ ਨਿਹਚਾ ਦੇ ਉਦੇਸ਼ ਬਾਰੇ ਤਿਆਰ ਹੋਵੋ। ਬਹੁਤ ਸਾਰੇ ਲੋਕ ਇੱਥੇ ਸ਼ਸ਼ੋਪਨ ਵਿੱਚ ਹਨ। ਕੀ ਆਪ ਜਾਣਦੇ ਹੋ ਕਿ ਅੱਧੇ ਮਸੀਹੀ ਜਗਤ ਦੀ ਠੀਕ ਇਸੇ ਸਮੇਂ ਪੂਰੀ ਤਰ੍ਹਾਂ ਬੇਤਰਤੀਬੀ, ਨਿਰਾਸ਼ਾ, ਮੋਹ ਭੰਗ ਅਤੇ ਹਿੰਮਤ ਤੋੜ ਚੁੱਕੇ ਹਨ? ਇਹ ਸਮਝਣਾ ਬਹੁਤ ਹੀ ਆਸਾਨ ਹੈ। ਉਹ ਆਪਣੀ ਨਿਹਚਾ ਕਿਸੇ ਗਲਤ ਚੀਜ਼ ਵਿੱਚ ਰੱਖਦੇ ਹਨ। ਕਿ ਆਪ ਕਦੇ ਵੀ ਆਪਣੀ ਨਿਹਚਾ ਨੂੰ ਯਿਸੂ ਮਸੀਹ ਦੇ ਪ੍ਰਤੀਨਿਧ ਵਿੱਚ ਨਹੀਂ ਧਰਦੇ। ਆਪ ਆਪਣੀ ਨਿਹਚਾ ਨੂੰ ਯਿਸੂ ਮਸੀਹ ਵਿੱਚ ਧਰੋ। ਇਸ ਤਰ੍ਹਾਂ ਆਖਣ ਦਾ ਭਾਵ ਇਹ ਨਹੀਂ ਹੁੰਦਾ ਕਿ ਸਾਨੂੰ ਸੇਵਾ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਹੈ। ਪਰਮੇਸ਼ਰ ਜਾਣਦਾ ਹੈ ਕਿ ਸਾਨੂੰ ਇਸ ਦੀ ਜ਼ਰੂਰਤ ਹੈ। ਅਸੀਂ ਇਸ ਬਾਰੇ ਜ਼ਿੰਮੇਵਾਰ ਹਾਂ ਕਿ ਲੋਕ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਜੋ ਵਿਸ਼ਵਾਸ ਕਰਦੇ ਹਨ, ਬਿਹਤਰ ਹੈ ਕਿ ਆਪ ਪੂਰੀ ਤਰ੍ਹਾਂ ਨਿਸ਼ਚਿੰਤ ਹੋਵੋ ਕਿ ਆਪ ਆਪਣੀ ਨਿਹਚਾ ਦੇ ਉਦੇਸ਼ ਬਾਰੇ ਤਿਆਰ ਹੋ, ਠੀਕ ਠਾਕ ਹੋ।
ਜਦੋਂ ਮੈਂ ਨਵੇਂ ਵਿਸ਼ਵਾਸੀਏ ਦੇ ਨਾਲ ਸੰਬੰਧਿਤ ਕੋਰਸ ਬਾਰੇ ਲੋਕਾਂ ਨੂੰ ਸਿਖਾਉਂਦਾ ਹੁੰਦਾ ਸੀ, ਤਦ ਮੈਂ ਉਹਨਾਂ ਨੂੰ ਇਹ ਸੱਚਾਈ ਦੱਸਣ ਦੇ ਲਈ ਜਦੋਂ ਯਾਹਿਦ ਕਰਦਾ ਸੀ। ਮੈਂ ਉਹਨਾਂ ਨੂੰ ਪੁੱਛਦਾ ਸੀ ਕਿ ਛੋਟਾ ਜਿਹਾ ਸਵਾਲ ਜੋ ਕਿ ਅੱਜ ਕੱਲ ਨਹੀਂ ਪੁੱਛਿਆ ਜਾਂਦਾ, ਮੈਂ ਅਕਸਰ ਉਹਨਾਂ ਨੂੰ ਇਹ ਸਵਾਲ ਬਰਫ਼ ਵਿੱਚੋਂ ਮੱਛੀਆਂ ਫੜਨ ਦੇ ਬਾਰੇ ਪੁੱਛਦਾ ਹੁੰਦਾ ਸੀ। ਜਿੱਥੇ ਮੈਂ ਵੱਡਾ ਹੋਇਆ ਸੀ, ਉੱਥੇ ਬਰਫ਼ ਵਿੱਚੋਂ ਮੱਛੀਆਂ ਪਕੜਨ ਲਈ ਇੱਕ ਆਮ ਕੰਮ ਸੀ। ਮੈਂ ਇਹ ਸਵਾਲ ਪੁੱਛਦਾ ਹੁੰਦਾ ਸੀ ਅਤੇ ਮੈਂ ਚਾਹੁੰਦਾ ਸੀ ਕਿ ਆਪਣੇ ਆਪ ਖੁਦ ਦੇ ਜੀਵਨ ਵਿੱਚ ਇਸ ਦਾ ਉੱਤਰ ਦਿਓ। ਜੇਕਰ ਆਪ ਇੱਕ ਬਰਫ਼ ਵਿੱਚੋਂ ਮੱਛੀਆਂ ਫੜਨ ਵਾਲੇ ਮਛੇਰੇ ਹੋ, ਤਦ ਆਪ ਨੂੰ ਅੱਧਾ ਇੰਚ ਮੋਟੀ ਬਰਫ਼ ਵਿੱਚ ਆਪਣੀ ਨੇਚਾ ਪਾਉਣੀ ਆਪ ਚਾਹੋਗੇ, ਜਾਂ ਫਿਰ 2 ਫੁੱਟ ਮੋਟੀ ਬਰਫ਼ ਦੀ ਤਹਿ ਵਿੱਚ ਆਪਣੀ ਥੋੜੀ ਜਿਹੀ ਨੇਚਾ ਨੂੰ ਰੱਖਣਾ ਚਾਹੋਗੇ? ਮੈਂ ਇਹ ਸਵਾਲ ਸੈਂਕੜੇ ਲੋਕਾਂ ਨੂੰ ਕਰ ਚੁੱਕਾ ਹਾਂ ਅਤੇ ਮੈਂ ਆਖਾਂਗਾ ਕਿ 95% ਲੋਕ ਉਹਨਾਂ ਦੇ ਵਿੱਚੋਂ ਉਹ ਇਹ ਉੱਤਰ ਦਿੰਦੇ ਹਨ ਕਿ ਉਹ ਆਪਣੀ ਸਾਰੀ ਨੇਚਾ ਅੱਧੀ ਇੰਚ ਮੋਟੀ ਬਰਫ਼ ਵਿੱਚ ਹੀ ਰੱਖਣਗੇ। ਇਹ ਇਸ ਨਾਲ ਸੰਬੰਧਿਤ ਸਿਰਫ ਇੱਕ ਗਲਤ ਕੰਮ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪ ਕੋਲ ਕਿੰਨੀ ਨੇਚਾ ਹੈ, ਜੇਕਰ ਆਪ ਦੀ ਨੇਚਾ ਵਾਲੀ ਚੀਜ਼ ਆਪ ਦੀ ਨੇਚਾ ਦੇ ਯੋਗ ਨਹੀਂ ਹੈ। ਜੇਕਰ ਆਪ ਮੈਨੂੰ ਬਰਫ਼ ਵਿੱਚੋਂ ਮੱਛੀਆਂ ਫੜਨ ਲਈ ਲਿਜਾਓ, ਤਦ ਮੈਂ ਚਾਹਾਂਗਾ ਕਿ ਮੈਂ ਸਾਰੀ ਨੇਚਾ ਅੱਧੀ ਇੰਚ ਮੋਟੀ ਬਰਫ਼ ਵਿੱਚ ਰੱਖਾਂ। ਮੈਂ ਉੱਥੇ ਨਹੀਂ ਜਾ ਰਿਹਾ ਜਿੱਥੇ ਕਿ ਬਰਫ਼ ਬਹੁਤ ਮੋਟੀ ਹੋਵੇ। ਮੈਂ ਆਪ ਨੂੰ ਦੱਸ ਦੇਵਾਂ ਕੀ ਬਰਫ਼ ਦਾ ਹੈ। ਆਪ ਬਰਫ਼ ਦੇ ਵਿੱਚ ਇੱਕ ਛੇਕ ਮਾਰਦੇ ਹੋ ਅਤੇ ਫਿਰ ਆਪ ਆਪਣਾ ਫੀਤਾ ਕੱਢ ਕੇ ਅਤੇ ਫਿਰ ਆਪਣੇ ਫੀਤੇ ਨੂੰ ਇਸ ਦੀ ਤਹਿ ਤੱਕ ਪਾਉਂਦੇ ਹੋ ਅਤੇ ਫਿਰ ਇਸ ਨੂੰ ਉੱਪਰ ਖਿੱਚਦੇ ਹੋ ਅਤੇ ਤੱਕਦੇ ਹੋ। ਆਪ ਆਖਦੇ ਹੋ, ਵਾਹ, 48 ਇੰਚ ਮੋਟੀ ਬਰਫ਼ ਦੀ ਤਹਿ, ਮੈਂ ਇੱਥੇ ਸੁਰੱਖਿਆ ਮਹਿਸੂਸ ਕਰਦਾ ਹਾਂ। ਆਪ ਆਪਣੀ ਨੇਚਾ ਨੂੰ ਕਿਵੇਂ ਉਸਾਰਦੇ ਹੋ? ਆਪ ਆਪਣੀ ਨੇਚਾ ਵਾਲੀ ਚੀਜ਼ ਨੂੰ ਕਿਵੇਂ ਸਮਝਦੇ ਹੋ? ਆਪ ਲਈ ਬਿਹਤਰ ਹੈ ਇਹ ਜਾਣਨਾ ਕਿ ਯਿਸੂ ਮਸੀਹ ਕੌਣ ਹੈ। ਆਪ ਲਈ ਬਿਹਤਰ ਹੈ ਕਿ ਆਪ ਇਸ ਨੂੰ ਸਮਝ ਲਵੋ ਕਿ ਉਹ ਕੌਣ ਹੈ। ਆਪ ਲਈ ਬਿਹਤਰ ਹੈ ਕਿ ਆਪ ਸਿੱਖੋ ਉਹ ਕੌਣ ਹੈ। ਬਿਹਤਰ ਹੈ ਕਿ ਆਪ ਆਪਣੀ ਨਾਪ ਕਰਨ ਵਾਲੀ ਛੜੀ ਨੂੰ ਲਓ ਅਤੇ ਅਕਸਰ ਉਸ ਨੂੰ ਮਿਣੋ। ਜਦੋਂ ਆਪ ਮਸੀਹ ਨੂੰ ਨਾਪਦੇ ਹੋ ਅਤੇ ਜਾਣ ਲੈਂਦੇ ਹੋ ਕਿ ਉਹ ਕੌਣ ਹੈ ਅਤੇ ਉਹ ਕੀ ਹੈ, ਮੇਰੇ ਭਾਈ, ਆਪ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਸਕਦੇ ਹੋ। ਆਪ ਮਜ਼ਬੂਤ ਨੇਚਾ ਪਾ ਸਕਦੇ ਹੋ। ਆਪ ਨੂੰ ਸਾਰੇ ਦਿਨ ਬੈਠਿਆਂ ਇਸ ਨੂੰ ਉੱਚਾ ਚੁੱਕਣ ਦੀ ਜ਼ਰੂਰਤ ਨਹੀਂ, ਜਿੱਥੇ ਕਿ ਅੱਜ ਬਹੁਤ ਸਾਰੇ ਲੋਕ ਪਾਏ ਜਾਂਦੇ ਹਨ। ਇਹ ਠੀਕ ਇਸੇ ਤਰ੍ਹਾਂ ਹੈ। ਹੁਣ ਅਸੀਂ ਆਪਣੀ ਨੇਚਾ ਨੂੰ ਉੱਚਾ ਚੁੱਕਣਾ ਸਿੱਖ ਲਿਆ ਹੈ। ਜੇਕਰ ਆਪ ਇਹ ਨਹੀਂ ਜਾਣਦੇ ਕਿ ਮਸੀਹ ਕੌਣ ਹੈ ਅਤੇ ਜੇਕਰ ਆਪ ਨੇ ਆਪਣੇ ਜੀਵਨ ਵਿੱਚ ਉਸ ਨੂੰ ਵੱਡਾ ਨਹੀਂ ਬਣਾਇਆ, ਤਦ ਆਪ ਦੀ ਨੇਚਾ ਫਜ਼ੂਲ ਹੈ। ਤੁਹਾਡੀ ਨੇਚਾ ਵਾਲੀ ਚੀਜ਼ ਕੀ ਹੈ? ਨੰਬਰ 2, ਆਪਣੀ ਨੇਚਾ ਨੂੰ ਮਜ਼ਬੂਤ ਕਰਨ ਬਾਰੇ ਗੰਭੀਰ ਬਣੋ। ਸਿਰਫ ਆਪ ਦੀ ਨੇਚਾ ਵਾਲੀ ਚੀਜ਼ ਦੇ ਬਾਰੇ ਠੀਕ ਹੋਣ ਦੀ ਹੀ ਲੋੜ ਆਪ ਨੂੰ ਨਹੀਂ, ਆਪ ਨੂੰ ਆਪਣੀ ਨੇਚਾ ਮਜ਼ਬੂਤ ਕਰਨ ਬਾਰੇ ਗੰਭੀਰ ਹੋਣ ਦੀ ਵੀ ਜ਼ਰੂਰਤ ਹੈ। ਆਪ ਆਖਦੇ ਹੋ, ਮੈਂ ਇਹ ਸਭ ਕਿਵੇਂ ਕਰਾਂਗਾ? ਆਪ ਇਸ ਨੂੰ ਠੀਕ ਇਸੇ ਤਰ੍ਹਾਂ ਕਰਦੇ ਹੋ ਜਿਸ ਤਰ੍ਹਾਂ ਆਪ ਆਪਣੀ ਜਿਸਮਾਨੀ ਸਰੀਰ ਨੂੰ ਮਜ਼ਬੂਤ ਕਰਦੇ ਹੋ। ਮੈਂ ਜ਼ਿਆਦਾ ਭਾਰ ਉਠਾਉਣ ਦੇ ਬਾਰੇ ਗੱਲਬਾਤ ਨਹੀਂ ਕਰ ਸਕਦਾ ਅਤੇ ਇਸ ਨਾਲ ਸੰਬੰਧਿਤ ਹੋਰ ਸਭ ਕੁਝ ਬਾਰੇ, ਕਿਉਂਕਿ ਮੈਂ ਇਸ ਵਿੱਚ ਨਹੀਂ ਜੁੜਿਆ ਹੋਇਆ, ਪਰ ਮੈਂ ਆਪ ਨੂੰ ਕੁਝ ਜ਼ਰੂਰ ਦੱਸਣਾ ਚਾਹੁੰਦਾ ਹਾਂ। ਉਹ ਤਰੀਕਾ ਜਿਸ ਦੇ ਅਨੁਸਾਰ ਆਪ ਇੱਕ ਮਜ਼ਬੂਤ ਸਰੀਰ ਬਣਾਉਂਦੇ ਹੋ, ਉਹ ਹੈ ਕਿ ਆਪ ਜੋ ਕੰਮ ਕਰਦੇ ਹੋ, ਆਪ ਖਾਂਦੇ ਹੋ ਅਤੇ ਆਪ ਅਭਿਆਸ ਕਰਦੇ ਹੋ, ਕਸਰਤ ਕਰਦੇ ਹੋ। ਜੇਕਰ ਆਪ ਉਹਨਾਂ 2 ਕੰਮਾਂ ਵਿੱਚੋਂ ਇੱਕ ਨੂੰ ਛੱਡ ਜਾਓ, ਤਦ ਆਪ ਮੁਸੀਬਤ ਵਿੱਚ ਪੈਂਦੇ ਹੋ। ਆਪ ਨੂੰ ਇੱਕ ਮਜ਼ਬੂਤ ਨੇਚਾ ਪਾਉਣ ਦੇ ਲਈ ਖਾਣਾ ਅਤੇ ਕਸਰਤ ਕਰਨ ਵਾਲਾ ਤਰੀਕਾ ਅਪਣਾਉਣਾ ਪੈਂਦਾ ਹੈ। ਮੈਂ ਇਸ ਦੇ ਬਾਰੇ ਇੱਕ ਹੋਰ ਸੰਦੇਸ਼ ਪ੍ਰਚਾਰ ਕਰ ਸਕਦਾ ਸੀ, ਕਿਉਂਕਿ ਇਹ ਇੱਕ ਮਹਾਨ ਸਮੱਸਿਆ ਹੈ ਜੋ ਠੀਕ ਇਸ ਸਮੇਂ ਕਲੀਸਿਆ ਦੇ ਵਿੱਚ ਪਾਈ ਜਾਂਦੀ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਮੇਜ਼ ਉੱਤੇ ਬੜੇ ਹੱਟੇ-ਕੱਟੇ ਅਤੇ ਜ਼ਿਆਦਾ ਖਾਣ ਵਾਲੇ ਲੋਕਾਂ ਵਜੋਂ ਬੈਠਿਆਂ ਵੇਖਦੇ ਹਾਂ। ਉਹ ਨਹੀਂ ਜਾਣਦੇ ਕਿ ਉਹ ਆਤਮਿਕ ਜੀਵਨ ਦੇ ਲਈ ਕਿਵੇਂ ਕਸਰਤ ਕਰਨ। ਆਪ ਗੌਰ ਕਰੋ, ਸਮੱਸਿਆ ਇਹ ਹੈ ਕਿ ਆਪ ਸਿਰਫ ਵੱਧਦੇ ਫੁੱਲਦੇ ਹੋ ਅਤੇ ਮਸੀਹ ਲੋਕਾਂ ਵਿਚਕਾਰ ਇਸ ਬਾਰੇ ਬਹੁਤ ਸਾਰੀ ਗਲਤ ਫਹਿਮੀ ਪਾਈ ਜਾਂਦੀ ਹੈ। ਆਪ ਸਿਰਫ ਉਸ ਦੇ ਦੁਆਰਾ ਨਹੀਂ ਵੱਧਦੇ ਫੁੱਲਦੇ ਜੋ ਕੁਝ ਆਪ ਜਾਣਦੇ ਹੋ। ਆਪ ਤਦ ਹੀ ਸਿਰਫ ਵੱਧਦੇ ਫੁੱਲਦੇ ਹੋ ਜੇਕਰ ਆਪ ਇੱਕ ਸੱਚਾਈ ਨੂੰ ਅਪਣਾਉਂਦੇ ਹੋ ਅਤੇ ਆਪਣੇ ਜੀਵਨ ਵਿੱਚ ਉਸ ਸੱਚਾਈ ਨੂੰ ਲਾਗੂ ਕਰਦੇ ਹੋ। ਜੇਕਰ ਆਪ ਇਸ ਨੂੰ ਲਾਗੂ ਨਹੀਂ ਕਰਦੇ, ਤਦ ਆਪ ਨਹੀਂ ਬਲਦੇ ਫੁੱਲਦੇ। ਮੈਂ ਸੋਚਦਾ ਹਾਂ ਕਿ ਨੇਚਾ ਨਾਲ ਸੰਬੰਧਿਤ ਸਭ ਤੋਂ ਮਹਾਨ ਗਲਤਫਹਿਮੀ ਵਿੱਚੋਂ ਇੱਕ ਅੱਜ ਉਸ ਪ੍ਰਚਾਰ ਨਾਲ ਸੰਬੰਧਿਤ ਵੱਡਾ ਹੁਕਮ ਨੂੰ ਦਿੱਤੇ ਜਾਣ ਦੇ ਮੁੱਢ ਵਿੱਚ ਸਾਨੂੰ ਵਾਪਸ ਜਾਣਾ ਪੈਣਾ ਹੈ। ਮੈਂ ਆਪਣੇ ਨਾਲ ਤੇ ਲੋਕਾਂ ਨਾਲ ਇਸ ਬਾਰੇ ਗੱਲ ਕਰ ਚੁੱਕਾ ਹਾਂ। ਮੁੱਢਲੇ ਤੌਰ ਤੇ ਜੋ ਪ੍ਰਚਾਰ ਦੀ ਸੇਵਾ ਬਾਰੇ ਹੁਕਮ ਦਿੱਤੇ ਗਏ ਸਨ, ਉਹਨਾਂ ਬਾਰੇ ਗਲਤਫਹਿਮੀ ਇਹਨਾਂ ਨੂੰ ਇਸ ਤਰ੍ਹਾਂ ਪੜ੍ਹਨ ਵਿੱਚ ਹੈ। ਮੱਤੀ ਦੀ ਅੰਜੀਲ 28 ਅਧਿਆਇ ਉਸ ਦੀ 18 ਤੋਂ 20 ਐਤ ਦੇ ਵਿੱਚ ਇਸ ਤਰ੍ਹਾਂ ਆਖਿਆ ਗਿਆ ਹੈ, ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
ਇੱਕੋ ਇੱਕ ਸਮੱਸਿਆ ਇਸ ਵਿੱਚੋਂ ਇਹ ਹੈ ਕਿ ਇਸ ਦੀ ਮੁੱਖ ਗੱਲ ਨੂੰ ਬਾਹਰ ਰੱਖਿਆ ਗਿਆ ਹੈ, ਜੋ ਆਖਿਆ ਗਿਆ ਹੈ ਕਿ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ। ਜੇਕਰ ਅਸੀਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਨੂੰ ਇਸ ਵਿੱਚੋਂ ਬਾਹਰ ਕੱਢ ਦਿੰਦੇ ਹਾਂ, ਤਦ ਇਹੋ ਹੀ ਹੈ ਜੋ ਕੁਝ ਅੱਜ ਗਲਤਫਹਿਮੀ ਇਸ ਦੇ ਵਿਚਕਾਰ ਪਾਈ ਜਾਂਦੀ ਹੈ। ਜੇਕਰ ਮੈਨੂੰ ਇੱਥੇ ਰੁਕਣਾ ਪੈਣਾ ਅਤੇ ਆਪਣੀ ਸੇਵਾ ਦੇ ਬਾਰੇ ਠੀਕ ਇਸੇ ਸਮੇਂ ਗੌਰ ਕਰਨਾ ਪੈਣਾ ਅਤੇ ਇਸ ਬਾਰੇ ਕੁਝ ਭਿੰਨ ਕਰਨਾ ਪਵੇ, ਤਦ ਮੈਂ ਪਰਮੇਸ਼ਵਰ ਤੋਂ ਇਹੋ ਹੀ ਮੰਗਾਂਗਾ ਕਿ ਉਹ ਮੇਰੀ ਮਦਦ ਕਰੇ ਕਿ ਮੈਂ ਉਹ ਸਭ ਸਿਖਾਵਾਂ ਜੋ ਪਰਮੇਸ਼ਵਰ ਨੇ ਆਪਣੇ ਬਚਨ 'ਚ ਸਾਨੂੰ ਦੱਸਿਆ ਹੈ। ਪਰਮੇਸ਼ਵਰ ਦੇ ਲੋਕਾਂ ਨੂੰ ਸਿਖਾ ਕਿ ਉਹ ਸਭ ਦੀ ਪਾਲਣਾ ਕਰਨ ਔਰ ਕਿਵੇਂ ਕਰਨੀ ਚਾਹੀਦੀ ਹੈ। ਕੁਝ ਉਸ ਨੇ ਆਖਿਆ ਹੈ, ਕਿਉਂਕਿ ਇਹ ਮਨੁੱਖੋ ਅਤੇ ਔਰਤੋਂ, ਜਦੋਂ ਤੱਕ ਅਸੀਂ ਇਹ ਨਹੀਂ ਸਿੱਖ ਲੈਂਦੇ ਕਿ ਉਸ ਦੀ ਪਾਲਣਾ ਕਿਵੇਂ ਕਰੀਦੀ ਹੈ। ਜੋ ਕੁਝ ਪਰਮੇਸ਼ਵਰ ਸਾਨੂੰ ਸਿਖਾਉਂਦਾ ਹੈ, ਅਸੀਂ ਕਦੇ ਵੀ ਬਦਾਂਗੇ ਨਹੀਂ। ਅਸੀਂ ਤਾਂ ਬਸ ਮੱਠੇ ਵਿਸ਼ਵਾਸੀ ਹੀ ਹੋਵਾਂਗੇ। ਆਪ ਆਪਣੀ ਨੇਚਾ ਦੀ ਢਾਲ ਦੀ ਕਿਵੇਂ ਉਸਾਰੀ ਕਰਦੇ ਹੋ, ਉਸ ਦੀ ਖੋਜ ਕਰੋ। ਜੋ ਕੁਝ ਪਰਮੇਸ਼ਰ ਨੇ ਆਪ ਨੂੰ ਕਰਨ ਲਈ ਆਖਿਆ ਹੈ ਅਤੇ ਇਸ ਨੂੰ ਕਰੋ ਔਰ ਆਪਣੇ ਜੀਵਨ ਵਿੱਚ ਕਰਦੇ ਰਹੋ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਅਸੀਂ ਬਾਈਬਲ ਬਾਣੀ ਦੇ ਵਿੱਚੋਂ ਇਬਰਾਨੀਆਂ ਦੀ ਪੱਤਰੀ ਦੇ 11 ਅਧਿਆਏ ਦੇ ਉੱਤੇ ਗੌਰ ਕੀਤਾ। ਇਸ ਅਧਿਆਏ ਦੇ ਵਿੱਚ ਵਿਸ਼ਵਾਸ ਦੇ ਯੋਧਾਵਾਂ ਦੀ ਇੱਕ ਵੱਡੀ ਸੂਚੀ ਵੇਖਦੇ ਹਾਂ। ਇਹ ਉਹ ਲੋਕ ਹਨ ਜਿਨ੍ਹਾਂ ਦੇ ਉੱਤੇ ਸ਼ੈਤਾਨ ਦੇ ਸ਼ੱਕ ਦੇ ਅਗਨ ਬਾਣ ਚਲਾਏ, ਪਰ ਉਹਨਾਂ ਨੇ ਨੀਚਾ ਦੀ ਢਾਲ ਦਾ ਬੜੀ ਕੁਸ਼ਲਤਾ ਦੇ ਨਾਲ ਇਸਤੇਮਾਲ ਕੀਤਾ ਅਤੇ ਉਹ ਉਸ ਦੇ ਅਗਨ ਬਾਣਾਂ ਨੂੰ ਬੁਝਾਉਣ ਵਿੱਚ ਕਾਮਯਾਬ ਹੋ ਸਕੇ। ਉਹਨਾਂ ਦਾ ਪਰਮੇਸ਼ਰ ਦੇ ਪ੍ਰਤੀ ਵਿਸ਼ਵਾਸ ਜਿਹੜਾ ਉਹ ਡਾਵਾਂਡੋਲ ਨਹੀਂ ਹੋਇਆ। ਉਹ ਆਪਣੇ ਵਿਸ਼ਵਾਸ 'ਚ ਡਿੱਗੇ ਨਹੀਂ। ਇਸੇ ਕਰਕੇ ਉਹਨਾਂ ਦੇ ਨਾਮ ਵਿਸ਼ਵਾਸ ਦੇ ਯੋਧਿਆਂ ਦੇ ਰੂਪ ਵਿੱਚ ਬਾਈਬਲ ਦੇ ਵਿੱਚ ਦਰਜ ਹਨ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਕਿ ਤੁਸੀਂ ਕਿਰਪਾਵਾਨ ਹੋ, ਤੁਸੀਂ ਦਇਆਵਾਨ ਹੋ ਔਰ ਤੁਸੀਂ ਪਿਤਾ ਪਰਮੇਸ਼ਰ ਸਾਡੀ ਤਰੱਕੀ ਵਿੱਚ ਖੁਸ਼ ਹੋ। ਪਿਤਾ ਪਰਮੇਸ਼ਰ, ਅੱਜ ਦੇ ਵਚਨਾਂ ਦੇ ਅਨੁਸਾਰ ਅਸੀਂ ਤੁਹਾਡੇ ਵਿਸ਼ਵਾਸ ਦੇ ਯੋਧਿਆਂ ਬਾਰੇ ਸਿੱਖਿਆ। ਪਿਤਾ, ਅਸੀਂ ਸਿੱਖਿਆ ਕਿ ਜਿਹੜੇ ਤੇਰੇ ਵਿਸ਼ਵਾਸ ਦੇ ਯੋਧੇ ਸੀਗੇ, ਪਿਤਾ ਪਰਮੇਸ਼ਰ, ਉਹਨਾਂ ਸਭਨਾਂ ਨੇ ਪ੍ਰਭੂ ਜੀ ਆਪਣੀ ਨੇਚਾ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ। ਉਹ ਆਪਣੇ ਵਿਸ਼ਵਾਸ ਤੋਂ ਕਦੇ ਵੀ ਨਹੀਂ ਡਿੱਗੇ। ਜਦ ਵੀ ਸ਼ੈਤਾਨ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ, ਉਹ ਮਜ਼ਬੂਤੀ ਨਾਲ ਉਹਨਾਂ ਦਾ ਸਾਹਮਣਾ ਕਰ ਸਕੇ, ਕਿਉਂਕਿ ਉਹਨਾਂ ਨੇ ਤੁਹਾਡੀ ਨੇਚਾ ਦੀ ਤਲਵਾਰ ਨੂੰ ਸਾਂਭਿਆ ਹੋਇਆ ਸੀ। ਪਿਤਾ ਪਰਮੇਸ਼ਰ, ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਦੇ ਲਈ ਜਿਹੜਾ ਤੁਸੀਂ ਅੱਜ ਸਾਨੂੰ ਦਿੱਤਾ। ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ, ਸਾਡੇ ਜਿੰਨੇ ਵੀ ਦਰਸ਼ਕਗਣ ਨੇ, ਉਹਨਾਂ ਸਾਰਿਆਂ ਦੇ ਜੀਵਨ 'ਚ ਤੁਸੀਂ ਆਪਣੇ ਵਿਸ਼ਵਾਸ ਦੇ ਬੀਜ ਨੂੰ ਪ੍ਰਭੂ ਜੀ ਵਧਣ ਦਿਓ, ਉਹ ਹੋਰ ਜ਼ਿਆਦਾ ਮਜ਼ਬੂਤ ਹੋਣ ਔਰ ਪਿਤਾ ਪਰਮੇਸ਼ਰ ਤੁਹਾਡੇ ਵਿੱਚ ਪ੍ਰਭੂ ਜੀ ਦਿਨ ਦੋਗਣੀ ਰਾਤ ਚੌਗਣੀ ਤਰੱਕੀ ਕਰਨ। ਪਿਤਾ ਪਰਮੇਸ਼ਰ, ਉਹ ਆਪਣੇ ਆਤਮਾ ਦੇ ਵਿੱਚ ਮਜ਼ਬੂਤ ਕੀਤੇ ਜਾਣ, ਤੁਹਾਡੇ ਵਿਸ਼ਵਾਸ ਦੇ ਵਿੱਚ ਮਜ਼ਬੂਤ ਕੀਤੇ ਜਾਣ, ਤਾਂ ਕਿ ਜਦੋਂ ਸ਼ੈਤਾਨ ਦੇ ਅਗਨ ਬਾਣ ਉਹਨਾਂ ਦੇ ਉੱਤੇ ਸਿੱਟੇ ਜਾਣ ਤਾਂ ਪਿਤਾ ਪਰਮੇਸ਼ਰ ਉਹ ਉਹਨਾਂ ਦਾ ਸਫਲਤਾਪੂਰਵਕ ਸਾਹਮਣਾ ਕਰ ਸਕਣ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਅੱਜ ਇਸ ਅੱਛੇ ਵਚਨ ਦੇ ਦੁਆਰਾ ਆਪਣੀ ਬਰਕਤ ਦਿੱਤੀ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ ਦੋਸਤੋ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।